ਉਹਨਾਂ ਦੀ ਇੱਕ ਪ੍ਰੋਬਲਮ ਹੈਗੀ ਹੈ ਕਿ ਜਦੋਂ ਦੀ ਅਲੋਟਮੈਂਟ ਹੋਈ ਹੈ ਉਹਨਾਂ ਨੂੰ, ਉਹਦੇ ਵਿੱਚ ਇੱਕ ਕਲੌਜ਼ ਸਰਕਾਰ ਨੇ ਉਸ ਵੇਲੇ ਪਲਾਟਾਂ ਨੂੰ ਦੇਣ ਵੇਲੇ 50% ਅਨਅਰਨਡ ਦਾ ਕਲੌਜ਼ ਲਾਤਾ। ਸਿਰਫ ਤੇ ਸਿਰਫ ਪੰਜਾਬ ਇਨਫੋਟੈਕ 8 ਫੇਸ ਇੰਡਸਟਰੀਅਲ ਏਰੀਆ ਹੀ ਕਿਹੋ ਜਿਹਾ ਇੰਡਸਟਰੀਅਲ ਏਰੀਆ ਜਿੱਥੇ ਇਹ ਕਲੌਜ਼ ਲਾਗੂ ਹੈ। ਬਾਕੀ ਹੋਰ ਪੂਰੇ ਪੰਜਾਬ ਦੇ ਵਿੱਚ ਮੋਹਾਲੀ 'ਚ ਕਿਤੇ ਵੀ ਇਹੋ ਜਿਹਾ ਕੋਈ ਕਲੌਜ਼ ਲਾਗੂ ਨਹੀਂ। ਚਨਾਲੋ 5 ਕਨਾਲ ਦਾ ਲੈ ਲਾਂ ਜਾਂ ਕਿਤੇ ਹੋਰ ਜਗ੍ਹਾ ਤੇ ਆਪਣੀ ਐਕਸਪੈਂਸ਼ਨ ਕਰ ਸਕਾਂ। ਜਦੋਂ ਉਹ ਮਹਿਕਮੇ ਕੋਲ ਜਾਂਦਾ ਹੈ ਤੇ ਉੱਥੇ ਪਤਾ ਲੱਗਦਾ ਕਿ ਭਾਈ ਆਪਣੀ 50% ਤਾਂ ਜਿਹੜੀ ਅਨਅਰਨਡ ਪ੍ਰੋਫਿਟ ਹੈ ਉਹਨੂੰ ਜਮ੍ਹਾਂ ਕਰਾਓ। ਬਹੁਤ ਕੁਝ ਹੰਢਾ ਕੇ ਇਹ ਇੰਡਸਟਰੀ ਨੂੰ ਇਸ ਕਾਬਿਲ ਬਣਾਇਆ ਜਿੱਥੇ ਕਿ ਅੱਜ ਉਹ ਸ਼ਹਿਰ ਦੇ ਵਿੱਚ ਦੀ ਜਗ੍ਹਾ ਬਣ ਗਈ। ਲੇਕਿਨ ਉਹ ਡਿਵੈਲਪਮੈਂਟ ਵੀ ਜਿਹੜੀ ਹੋਈ ਹੈ ਉਹ ਉੱਥੇ ਦੀ ਇੰਡਸਟਰੀ ਦੇ ਕਾਰਨ ਹੋਈ ਹੈ ਜਿੱਥੇ ਉਹਨਾਂ ਨੇ ਇੰਨਾ ਰੋਜ਼ਗਾਰ ਪੈਦਾ ਕੀਤਾ। ਦੇ ਨਾਲ ਸਰਕਾਰ ਨੂੰ ਚਾਹੀਦਾ ਹੈ ਕਿ ਇੰਡਸਟਰੀਜ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ, ਨਾ ਕਿ ਉਹਨਾਂ ਤੋਂ ਆਪਾਂ ਮੁਨਾਫਾ ਕਮਾਉਣ ਦੀ ਸੋਚੀਏ। ਮੁਨਾਫਾ ਤਾਂ ਉਹ ਟੈਕਸਿਸ ਦੇ ਰੂਪ ਦੇ ਵਿੱਚ ਤੁਹਾਨੂੰ ਪੇ ਕਰਦਾ ਹੀ ਹੈ। ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਕਦਮ ਆ ਜਿਹੜੇ ਉਹ ਚੱਕੇ ਜਾ ਰਹੇ ਨੇ ਔਰ ਭਗਵੰਤ ਮਾਨ ਕਹਿੰਦੇ ਨੇ ਔਰ ਪੰਜਾਬ ਦੀ ਸਰਕਾਰ ਕਹਿੰਦੀ ਹੈ, ਮੁੱਖ ਮੰਤਰੀ ਮੌਜੂਦਾ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਬਾਹਰੋਂ ਇੰਡਸਟਰੀ ਲਿਆ ਕੇ ਜਿਹੜੀ ਸਥਾਪਿਤ ਕੀਤੀ ਜਾਏਗੀ ਔਰ ਨੌਜਵਾਨਾਂ ਦੇ ਲਈ ਰੋਜ਼ਗਾਰ ਮੁਹੱਈਆ ਕਰਵਾਇਆ ਜਾਏਗਾ। ਤਾਂ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਮੋਹਾਲੀ 8 ਫੇਸ ਦੇ ਜਿਹੜੇ ਇੰਡਸਟਰੀਅਲਿਸਟ ਨੇ ਉਹ ਸਰਕਾਰ ਦੇ ਨਾਲੋਂ ਕਿਤੇ ਨਾ ਕਿਤੇ ਨਾਰਾਜ਼ ਨੇ। ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਨਾਖੁਸ਼ੀ ਹੈ ਔਰ ਕੁਝ ਕਾਰਨ ਨੇ, ਉਹ ਜਾਣਾਂਗੇ ਆਪਾਂ ਕੀ ਕਾਰਨ ਨੇ ਕਿ ਇੰਡਸਟਰੀ ਹੈ ਜਿਹੜੀ, ਕੁਝ ਇੰਡਸਟਰੀ ਬੰਦ ਹੋ ਰਹੀ ਹੈ, ਕੁਝ ਇੰਡਸਟਰੀ ਹੈ ਜਿਹੜੀ ਉਹ ਟਰਾਂਸਫਰ ਨਹੀਂ ਹੋ ਪਾ ਰਹੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਚਾਹਾਂਗਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਜ਼ਰੂਰ ਦਿਓ। ਮੇਰਾ ਨਾਮ ਜੀ ਦਿਲਪ੍ਰੀਤ ਸਿੰਘ ਬੋਪਾ ਰਾਏ। ਮੈਂ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਐਜ਼ ਅ ਜਨਰਲ ਸੈਕਟਰੀ ਸੇਵਾ ਨਿਭਾ ਰਿਹਾ ਜੀ। ਸਰ ਤੁਸੀਂ ਵੀ ਆਪਣੀ ਇੱਕ ਵਾਰ ਦੱਸੋ। ਮੇਰਾ ਨਾਮ ਜਗਦੀਪ ਸਿੰਘ ਹੈ ਤੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ 'ਚ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ। ਸਰ ਮਸਲਾ ਕੀ ਹੈ, ਕਿਉਂ ਨਾਰਾਜ਼ਗੀ ਹੈ, ਜਾਂ ਜਿਹੜੀ ਇੰਡਸਟਰੀ ਬੰਦ ਹੋ ਰਹੀ ਹੈ? ਸਰਕਾਰ ਇੱਕ ਪਾਸੇ ਵਿਸ਼ਵ ਪੱਧਰੀ ਇੰਡਸਟਰੀ ਲਿਆਉਣ ਦੀ ਗੱਲ ਕਰ ਰਹੀ ਹੈ ਪੰਜਾਬ ਦੇ ਵਿੱਚ, ਉੱਥੇ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਉਹ ਬੰਦ ਹੋ ਰਹੀ ਹੈ। ਤਾਂ ਕੀ ਕਾਰਨ ਨੇ, ਕੀ ਜਿਹੜੀਆਂ ਇਹਦੇ 'ਚ ਅੜਚਣਾਂ ਆ ਰਹੀਆਂ ਨੇ? ਇਹਦੇ 'ਚ ਨਾ ਜੀ ਸਾਡੇ ਕੁਝ ਮੈਂਬਰ ਸਾਹਿਬਾਨ ਨੇ ਜਿਹੜੇ ਫੇਸ 8 ਦੇ ਵਿੱਚ, ਜਿਹਨੂੰ ਆਪਾਂ ਪੰਜਾਬ ਇਨਫੋਟੈਕ ਦਾ ਏਰੀਆ ਕਹਿ ਦਿੰਦੇ ਆ, ਉਹਨਾਂ ਦੀ ਇੱਕ ਪ੍ਰੋਬਲਮ ਹੈਗੀ ਹੈ ਕਿ ਜਦੋਂ ਦੀ ਅਲੋਟਮੈਂਟ ਹੋਈ ਹੈ ਉਹਨਾਂ ਨੂੰ, ਉਹਦੇ ਵਿੱਚ ਇੱਕ ਕਲੌਜ਼ ਸਰਕਾਰ ਨੇ ਉਸ ਵੇਲੇ ਪਲਾਟਾਂ ਨੂੰ ਦੇਣ ਵੇਲੇ 50% ਅਨਅਰਨਡ ਦਾ ਕਲੌਜ਼ ਲਾਤਾ। ਜਿਹੜਾ ਕਲੌਜ਼ 1992 ਦੇ ਵਿੱਚ ਅੱਗੇ ਆਉਣ ਵਾਲੀਆਂ ਸਰਕਾਰਾਂ ਦੀ ਸਹਿਮਤੀ ਦੇ ਨਾਲ ਉਹ ਕਲੌਜ਼ ਰੱਦ ਕਰ ਦਿੱਤਾ ਗਿਆ। ਔਰ ਇਹ ਦੱਸਦਾ ਮੈਂ ਤੁਹਾਡੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਕਿ ਪੂਰੇ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਪੰਜਾਬ ਇਨਫੋਟੈਕ 8 ਫੇਸ ਇੰਡਸਟਰੀਅਲ ਏਰੀਆ ਹੀ ਕਿਹੋ ਜਿਹਾ ਇੰਡਸਟਰੀਅਲ ਏਰੀਆ ਜਿੱਥੇ ਇਹ ਕਲੌਜ਼ ਲਾਗੂ ਹੈ। ਬਾਕੀ ਹੋਰ ਪੂਰੇ ਪੰਜਾਬ ਦੇ ਵਿੱਚ ਮੋਹਾਲੀ 'ਚ ਕਿਤੇ ਵੀ ਇਹੋ ਜਿਹਾ ਕੋਈ ਕਲੌਜ਼ ਲਾਗੂ ਨਹੀਂ ਹੈ। ਇਹਦੇ ਨਾਲ ਜਿੱਥੇ ਕਿ ਇਨਵੈਸਟਮੈਂਟ ਆਉਣ ਵਾਸਤੇ ਤੇ ਇੱਕ ਐਕਸਪੈਂਸ਼ਨ ਦਾ ਜਿਹੜਾ ਇੱਕ ਦਰਿਆ ਜਿਹੜਾ ਹੈ ਉਹ ਬੰਦ ਹੋ ਰਿਹਾ ਕਿ ਜੇ ਕਿਸੇ ਇੰਡਸਟਰੀਅਲਿਸਟ ਕੋਲ ਜੇ ਪਹਿਲਾਂ ਉਹਨੇ ਉੱਥੇ ਇਨਫੋਟੈਕ ਦੇ ਵਿੱਚ ਇੱਕ ਕਨਾਲ ਜਗ੍ਹਾ ਲਿੱਤੀ ਹੈ, ਅੱਜ ਉਹ ਸੋਚਦਾ ਕਿ ਮੈਂ ਇੰਨੀ ਮਿਹਨਤ 40-45 ਸਾਲਾਂ 'ਚ ਕਰਕੇ ਮੈਂ ਇੰਨੇ ਜੋਗਾ ਹੋ ਗਿਆ, ਮੈਂ ਚਨਾਲੋ 5 ਕਨਾਲ ਦਾ ਲੈ ਲਾਂ ਜਾਂ ਕਿਤੇ ਹੋਰ ਜਗ੍ਹਾ ਤੇ ਆਪਣੀ ਐਕਸਪੈਂਸ਼ਨ ਕਰ ਸਕਾਂ। ਜਦੋਂ ਉਹ ਮਹਿਕਮੇ ਕੋਲ ਜਾਂਦਾ ਤੇ ਉੱਥੇ ਪਤਾ ਲੱਗਦਾ ਕਿ ਭਾਈ ਆਪਣੀ 50% ਤਾਂ ਜਿਹੜੀ ਅਨਅਰਨਡ ਪ੍ਰੋਫਿਟ ਹੈ ਉਹਨੂੰ ਜਮ੍ਹਾਂ ਕਰਾਓ, ਜੋ ਕਿ ਲੱਖਾਂ ਕਰੋੜਾਂ ਦੇ ਵਿੱਚ ਬਣ ਜਾਂਦੀ ਹੈ ਅਮਾਊਂਟ, ਜਿਹਦੇ ਕਰਕੇ ਕਿ ਉਹਦੀ ਐਕਸਪੈਂਸ਼ਨ ਦਾ ਜਿਹੜਾ ਪਲਾਨ ਹੈ ਉਹੀ ਵਿੱਚ ਵਿਚਾਲੇ ਰਹਿ ਜਾਂਦਾ। ਇਹਦੇ ਕਾਰਨ ਕੀ ਨੇ ਕਿ ਮੋਹਾਲੀ ਜ਼ਿਆਦਾ ਡਿਵੈਲਪ ਹੋ ਗਿਆ ਜਾਏ? ਉਹਨਾਂ ਸ਼ਹਿਰਾਂ ਵਿੱਚੋਂ ਪੰਜਾਬ ਦਾ ਵੱਡਾ ਸ਼ਹਿਰ ਹੈ ਜਿਹਦੇ 'ਤੇ ਡਿਵੈਲਪਮੈਂਟ ਜ਼ਿਆਦਾ ਹੋਈ ਹੈ ਕਿਤੇ ਨਾ ਕਿਤੇ ਹੋਰ ਸ਼ਹਿਰਾਂ ਦੇ ਨਾਲੋਂ ਦੇਖਿਆ ਜਾਵੇ ਤਾਂ। ਦੇਖੋ ਜੀ, ਗੱਲ ਇਹ ਹੈ ਕਿ ਪੰਜਾਬ ਇਨਫੋਟੈਕ ਦੇ ਵਿੱਚ ਜਦੋਂ 1978 ਦੇ ਵਿੱਚ ਅਲੋਟਮੈਂਟ ਹੋਈ ਹੈ, ਉਦੋਂ ਲੋਕਾਂ ਨੇ ਆਪਣੇ ਪਿੰਡੇ 'ਤੇ ਬਹੁਤ ਕੁਝ ਹੰਢਾ ਕੇ ਇਹ ਇੰਡਸਟਰੀ ਨੂੰ ਇਸ ਕਾਬਿਲ ਬਣਾਇਆ ਜਿੱਥੇ ਕਿ ਅੱਜ ਉਹ ਸ਼ਹਿਰ ਦੇ ਵਿੱਚ ਦੀ ਜਗ੍ਹਾ ਬਣ ਗਈ। ਲੇਕਿਨ ਉਹ ਡਿਵੈਲਪਮੈਂਟ ਵੀ ਜਿਹੜੀ ਹੋਈ ਹੈ ਉਹ ਉੱਥੇ ਦੀ ਇੰਡਸਟਰੀ ਦੇ ਕਾਰਨ ਹੋਈ ਹੈ ਜਿੱਥੇ ਉਹਨਾਂ ਨੇ ਇੰਨਾ ਰੋਜ਼ਗਾਰ ਪੈਦਾ ਕੀਤਾ। ਉਹਦੇ ਨਾਲ ਅੱਜ ਜੇ ਉਹ 2000 ਰੁਪਏ ਗੱਜ ਦੀ ਅਲੋਟਮੈਂਟ ਜੇ 20000 ਰੁਪਏ ਗੱਜ ਹੋ ਗਈ ਹੈ ਤਾਂ ਉਹ ਸੰਗਤਕਾਰਾਂ ਦੀ ਮਿਹਨਤ ਸਦਕਾ ਹੈ। ਉਹਨਾਂ ਨੇ ਇੰਨੇ ਸਾਲ 40-45 ਸਾਲਾਂ ਦੇ ਵਿੱਚ ਇੰਨਾ ਰੋਜ਼ਗਾਰ ਉੱਥੇ ਪੈਦਾ ਕੀਤਾ, ਇੰਨੀਆਂ ਓਪਰਚੁਨਿਟੀਜ਼ ਦਿੱਤੀਆਂ, ਇੱਥੋਂ ਬਣਾ ਕੇ ਚੀਜ਼ਾਂ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਵੱਖਰੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇੱਥੋਂ ਬਣਾ ਕੇ ਆਪਣੇ ਪ੍ਰੋਡਕਟ ਜਿਹੜੇ ਉਹ ਭੇਜੇ ਹੈ, ਜਿਹਦੇ ਕਰਕੇ ਜੇ ਅੱਜ ਜ਼ਮੀਨ ਮਹਿੰਗੀ ਹੋ ਗਈ ਤਾਂ ਇਹ ਤਾਂ ਉਹਨਾਂ ਦੀ ਮਿਹਨਤ ਦਾ ਸਦਕਾ ਜਿਹੜੀ ਉਹ ਹੋਈ ਹੈ। ਉਹਦੇ ਨਾਲ ਸਰਕਾਰ ਨੂੰ ਚਾਹੀਦਾ ਹੈ ਕਿ ਇੰਡਸਟਰੀਜ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ, ਨਾ ਕਿ ਉਹਨਾਂ ਤੋਂ ਆਪਾਂ ਮੁਨਾਫਾ ਕਮਾਉਣ ਦੀ ਸੋਚੀਏ। ਮੁਨਾਫਾ ਤਾਂ ਉਹ ਟੈਕਸਿਸ ਦੇ ਰੂਪ ਦੇ ਵਿੱਚ ਤੁਹਾਨੂੰ ਪੇ ਕਰਦਾ ਹੀ ਹੈ। ਨਾਲ ਆਪਾਂ ਹੁਣ ਕਹੀਏ ਕਿ ਜੇ ਤੇਰੀ ਪ੍ਰੋਪਰਟੀ ਮਹਿੰਗੀ ਹੋ ਗਈ, ਇਹ 'ਚੋਂ ਸਾਨੂੰ 50% ਅਨਅਰਨਡ ਪ੍ਰੋਫਿਟ ਦੇ ਦੇ, ਤੇ ਉਹ ਤਾਂ ਗੱਲ ਕਿਤੇ ਨਾ ਕਿਤੇ ਜਸਟੀਫਾਈਡ ਨਹੀਂ ਲੱਗਦੀ। ਸਰ ਕੀ ਕਹੋਗੇ, ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹ ਪਾਲਿਸੀ ਖਤਮ ਕਰ ਦਿੱਤੀ ਗਈ ਸੀ ਸਰਕਾਰ ਦੇ ਵੱਲੋਂ ਔਰ ਦੁਬਾਰਾ ਫਿਰ ਇਸ ਪਾਲਿਸੀ ਨੂੰ ਜਿਹੜਾ ਲਿਆਂਦਾ ਗਿਆ, ਪਰ ਜਦੋਂ ਇਹ ਖਤਮ ਕੀਤੀ ਹੈ ਜੀ, ਉਸ ਦੌਰਾਨ ਕੁਝ ਪਲਾਟ
ਇਹਨਾਂ ਨੇ ਟਰਾਂਸਫਰ ਕੀਤੇ ਆ ਜੀ, ਜਿਨ੍ਹਾਂ ਤੋਂ ਕੋਈ ਇਹ 50% ਵਾਲੀ ਕਲੌਜ਼ ਹੈ ਉਹ ਨਹੀਂ ਲਾਈ ਗਈ। ਪਰ ਜਿਹੜੇ ਕੁਝ ਟਾਈਮ ਤੋਂ ਬਾਅਦ ਅਗੇਨ ਫਿਰ ਦੁਬਾਰਾ ਉਹਨਾਂ ਨੇ ਜਦੋਂ ਟਰਾਂਸਫਰ ਲਈ ਗਏ, ਇਹ ਕਿੱਦਾਂ ਪਤਾ ਲੱਗੇਗਾ ਜੀ ਕਿ ਸਾਡੇ ਪਲਾਟ ਤੇ ਇਹ 50% ਅਨ ਵਾਲਾ ਇਸ਼ੂ ਹੈ ਜਾਂ ਨਹੀਂ ਹੈ? ਉਹ ਜਦੋਂ ਪਲਾਟ ਸੇਲ ਕਰਦਾ ਜਾਂ ਆਦਮੀ ਕੋਈ ਟਰਾਂਸਫਰ ਕਰਾਉਂਦਾ ਤਦ ਉਸ ਚੀਜ਼ ਨੂੰ ਪਤਾ ਲੱਗਦਾ ਕਿ ਸਾਡੇ ਤੇ ਇਹ ਕਲੌਜ਼ ਲਾਗੂ ਹੈ। ਉਸ ਦੌਰਾਨ ਇਹ ਜਿਹੜੇ ਬੰਦਿਆਂ ਨੇ ਆਪਣੇ ਨਵੇਂ ਪਲਾਟ, ਜਿਹੜਾ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਜਾਂ ਮੰਨ ਲਓ ਕੋਈ ਬੰਦਾ ਓਲਡ ਹੋ ਗਿਆ ਜਾਂ ਕੋਈ ਉਹਦਾ ਕੋਈ ਕਿਸੇ ਵਜ੍ਹਾ ਕਰਕੇ ਕੰਮ ਨਹੀਂ ਚੱਲ ਰਿਹਾ, ਉਹ ਆਪਣਾ ਪਲਾਟ ਸੇਲ ਕਰੇਗਾ ਜਾਂ ਆਪਣੇ ਕੁਝ, ਕਿਉਂਕਿ ਹਰ ਇਨਸਾਨ ਨੇ ਆਪਣਾ ਜੇ ਇੰਡਸਟਰੀ ਲਾਉਣੀ ਬਹੁਤ ਔਖੀ ਕੰਮ ਹੈ। ਇਹ ਕਹਿਣਾ ਸੌਖਾ ਹੈ ਕਿ ਆਪਾਂ ਇੱਕ ਅੱਜ ਇੰਡਸਟਰੀ ਲਾ ਲਈਏ, ਔਰ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਇਹ ਬਹੁਤ ਔਖਾ ਕੰਮ ਹੈ। ਜਦੋਂ ਅਸੀਂ ਇਸ ਚੀਜ਼ ਨੂੰ ਇੰਡਸਟਰੀ ਲਾ ਕੇ ਆਪਣੇ 40 ਸਾਲ ਇਸ ਕੰਮ ਲਈ ਲਾਏ ਹੈ, ਉਸ ਤੋਂ ਬਾਅਦ ਜੇ ਕਿਤੇ ਗਲਤੀ ਨਾਲ ਸਾਨੂੰ ਸੇਲ ਕਰਨ ਦੀ ਨੌਬਤ ਵੀ ਆ ਜਾਂਦੀ ਹੈ ਤੇ ਗੌਰਮੈਂਟ ਚਾਹੁੰਦੀ ਹੈ ਕਿ ਉਹਦੇ ਚੋਂ ਤੁਹਾਡੇ ਪ੍ਰੋਫਿਟ ਦੇ ਵਿੱਚੋਂ ਸਾਨੂੰ 50% ਅਨਅਰਨਡ ਕਰਕੇ ਸਾਨੂੰ ਦਿੱਤਾ ਜਾਵੇ। ਔਰ ਸਰ ਮੰਗ ਕੀ ਹੈ ਤੁਹਾਡੀ ਸਰਕਾਰ ਦੇ ਕੋਲੋਂ? ਪੰਜਾਬ ਸਰਕਾਰ ਕਹਿ ਰਹੀ ਹੈ ਕਿ ਮਿੱਤਰਤਾ ਜਿਹੜੀ ਰੱਖੀ ਜਾਏਗੀ, ਜਿਹੜੇ ਵਪਾਰੀ ਨੇ ਜਾਂ ਜਿਹੜਾ ਵੀ ਉਦਯੋਗ ਆ ਸਥਾਪਿਤ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚ, ਦੂਰ ਦੂਰ ਤੱਕ ਅਪਰੋਚ ਹੋ ਰਹੀ ਹੈ। ਔਰ ਤੁਹਾਡੀ ਕੀ ਮੰਗ ਹੈ ਉੱਥੋਂ? ਸਾਡੀ ਇਹ ਮੰਗ ਹੈ ਜੀ, ਜੇ ਕਿਸੇ ਬੰਦੇ ਦਾ ਆਪਾਂ ਸਰਕਾਰ ਦਾ ਕੰਮ ਹੈ ਕਿ ਅਸੀਂ ਨਵੇਂ ਸਨਅਤਕਾਰਾਂ ਨੂੰ ਕੰਮ ਲਿਆਈਏ, ਤੇ ਸਾਡੀ ਇਹ ਮੰਗ ਹੈ ਕਿ ਜਿਹੜੇ ਇਹ ਕਿਤੇ ਕਲੌਜ਼ ਹੈ ਜਾਂ ਕਿਤੇ ਨਹੀਂ ਪਤਾ ਲੱਗ ਰਿਹਾ ਕਿਸੇ ਨੂੰ, ਕੁਛ ਨਾ ਕੁਛ ਕਿਤੇ ਸੈਟਿੰਗ ਕਰਕੇ, ਕਿਤੇ ਘੱਟ ਕਰਕੇ ਜਾਂ ਕੁਛ ਉਹਦਾ ਜਿਹੜੇ ਫਸਟ ਸਟੈਪ 'ਤੇ ਲਾਇਆ ਉਹਨਾਂ ਕਰਕੇ ਤੇ ਇਹਨਾਂ ਨੂੰ ਕਲੀਅਰ ਕੀਤਾ ਜਾਏ, ਤਾਂ ਕਿ ਇਹ ਜਿਹੜਾ ਬਵਾਲ ਬਣਿਆ ਹੋਇਆ ਇਹ ਖਤਮ ਹੋ ਜਾਏ ਔਰ ਜਿਨ੍ਹਾਂ ਨੂੰ ਇੰਡਸਟਰੀ ਵਾਲਿਆਂ ਨੂੰ ਵੱਧ ਤੋਂ ਵੱਧ ਬੈਨੀਫਿਟ ਹੋ ਸਕੇ ਉਹਨੂੰ ਬੈਨੀਫਿਟ ਦਿੱਤਾ ਜਾਏ। ਔਰ ਇਸ ਐਕਟ ਦੇ ਨਾਲ ਸਰ ਕਿੰਨੀ ਇੰਡਸਟਰੀ ਬੰਦ ਹੋਈ ਹੈ, ਕਿੰਨੀ ਹੈ ਜਿਹੜੀ ਟਰਾਂਸਫਰ ਨਹੀਂ ਹੋ ਪਾ ਰਹੀ, ਕਿੰਨਾ ਉਹਦੇ ਨਾਲ ਜਿਹੜਾ ਨੁਕਸਾਨ ਹੈ ਹੋ ਰਿਹਾ ਦੇਖਿਆ ਜਾਵੇ? 8 ਫੇਜ਼ ਦੇ ਇੰਡਸਟਰੀਅਲਿਸਟਾਂ ਦੇ ਮੁਤਾਬਿਕ ਹਾਸਿਲ ਕੀਤੀ ਹੋਈ ਜਾਣਕਾਰੀ ਮੁਤਾਬਿਕ 114 ਪਲਾਟ ਇਹੋ ਜਿਹੇ ਨੇ ਜਿਹੜੇ ਕਿ ਉਸ 8 ਫੇਜ਼ ਦੇ ਇੰਡਸਟਰੀ ਏਰੀਆ ਵਿੱਚ ਨੇ, ਜਿਹਦੇ ਵਿੱਚੋਂ 59 ਪਲਾਟ ਜਿਹੜੇ ਆ ਉਹ ਟਰਾਂਸਫਰ ਹੋ ਚੁੱਕੇ ਤੇ ਉਹਨਾਂ 59 ਪਲਾਟਾਂ ਵਿੱਚੋਂ ਸਿਰਫ 2 ਪਲਾਟਾਂ ਤੋਂ ਇਹ ਅਨਅਰਨਡ ਪ੍ਰੋਫਿਟ ਲਿੱਤਾ ਗਿਆ। ਬਾਕੀ 57 ਪਲਾਟ ਕਿਵੇਂ ਟਰਾਂਸਫਰ ਕੀਤੇ ਗਏ ਸਾਨੂੰ ਨਹੀਂ ਪਤਾ। ਇਹਦੇ ਨਾਲ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਮੈਂਬਰ ਨੇ ਜਰਨੈਲ ਸਿੰਘ ਜੀ। ਇਹਨਾਂ ਨੇ 45 ਸਾਲ ਉੱਥੇ ਇੰਡਸਟਰੀ ਚਲਾਈ। ਜਿੱਦਾਂ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਸਰਕਾਰਾਂ ਨੂੰ ਮੁਨਾਫਾ ਨਹੀਂ ਲੈਣਾ ਚਾਹੀਦਾ, ਆਪਾਂ ਮੁਨਾਫਾ ਨਹੀਂ ਮੰਗ ਰਹੇ, ਸਰਕਾਰ ਸਾਡੇ ਤੋਂ ਮੁਨਾਫਾ ਨਹੀਂ ਮੰਗ ਰਹੀ। ਇਹਨਾਂ ਨੇ 45 ਸਾਲ ਉੱਥੇ ਜਿਹੜਾ ਕੰਮ ਕੀਤਾ, ਅਸੀਂ ਜ਼ਿੰਦਗੀ ਦੇ ਉਹਨਾਂ ਦੇ 22.5 ਸਾਲ ਮੰਗ ਰਹੇ ਹਾਂ ਕਿ ਭਾਈ ਤੂੰ ਉੱਥੇ ਕੰਮ ਕੀਤਾ, ਸਾਨੂੰ 50% ਅਨਅਰਨਡ ਦੇ ਵਿੱਚ ਆਪਣੀ ਜ਼ਿੰਦਗੀ ਦੇ 22.5 ਸਾਲਾਂ ਦੀ ਮਿਹਨਤ ਦੇ ਦਿਓ ਵਾਪਸ। ਉਹ ਕਿੰਨੇ ਹੱਦ ਤੱਕ ਜਾਇਜ਼ ਹੈ ਤੁਸੀਂ ਸਾਰੇ ਆਪ ਇਸ ਚੀਜ਼ ਦਾ ਫੈਸਲਾ ਕਰ ਸਕਦੇ ਜੀ। ਤਾਂ ਹੁਣ ਤੁਹਾਡਾ ਜਿਹੜਾ ਫੈਸਲਾ ਅੱਗੇ ਤੋਂ ਕੀ ਹੈ, ਕਿੱਥੋਂ ਤੱਕ ਅਪਰੋਚ ਕਰੋਗੇ ਜਾਂ ਕੋਰਟ ਦੇ ਵਿੱਚ ਜਾਓਗੇ, ਕੀ ਜਿਹੜੀਆਂ ਜੀ ਇਸ ਵੇਲੇ ਤੇ ਸਾਡਾ ਅਪਰੋਚ ਇਹ ਹੈ ਕਿ ਅਸੀਂ ਭਗਵੰਤ ਮਾਨ ਤੱਕ ਸਾਡੀ ਗੱਲ ਪਹੁੰਚੇ ਤੇ ਉਹ ਇਸ ਦਾ ਫੈਸਲਾ ਕਰਨ, ਕਿਉਂਕਿ ਜਿਹੜੀ ਬਿਊਰੋਕਰੇਟਸੀ ਹੈਗੀ ਹੈ ਉਹ ਇਹਦਾ ਫੈਸਲਾ ਨਹੀਂ ਕੋਈ ਕਰ ਰਹੀ। ਅਸੀਂ ਬੜੀਆਂ ਮੀਟਿੰਗਾਂ ਹੋਈਆਂ ਨੇ, ਬੜਾ ਰਿਪਰੈਜ਼ੈਂਟੇਸ਼ਨ ਹੋਈਆਂ ਨੇ, MI ਵੱਲੋਂ ਵੀ, CI ਵੱਲੋਂ ਵੀ, ਫਿਰ ਚੈਂਬਰ ਆਫ ਕਮਰਸ ਵੱਲੋਂ ਵੀ, ਸਾਰੇ ਅਫਸਰ ਸਾਹਿਬਾਨ ਇਨਕਲੂਡਿੰਗ ਪ੍ਰਿੰਸੀਪਲ ਸੈਕਟਰੀ ਐਂਡ ਆਲ, they know it is wrong, a wrong thing have been done, so it should be simplified, but nobody dare to do it because they are all employees. So it decision has been taken by the cabinet, by the honorable chief minister. ਤੇ ਭਗਵੰਤ ਸਿੰਘ ਜੀ ਅੱਗੇ ਬੇਨਤੀ ਹੈ ਕਿ ਉਹ ਇਹਨੂੰ ਹਟਾਉਣ ਇਹਨੂੰ, ਤਾਂ ਕਿ ਇੰਡਸਟਰੀ ਪ੍ਰਫੁੱਲਤ ਹੋਵੇ। ਸਰ ਮਾਈਕਰੋ ਔਰ ਸਮਾਲ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ, ਕਿ ਇਹ ਮਾਈਕਰੋ ਔਰ ਸਮਾਲ ਜਿਹੜੀ ਇੰਡਸਟਰੀਜ਼ ਹੈਗੀਆਂ ਨੇ, ਕੋਈ ਵੱਡੀ ਇੰਡਸਟਰੀ ਨਹੀਂ ਹੈਗੀ, ਪਰ ਫਿਰ ਵੀ ਇੰਡਸਟਰੀਜ਼ ਪੰਜਾਬ ਦੇ ਲਈ ਕਿਸ ਤਰੀਕੇ ਦੇ ਨਾਲ ਲਾਭਦਾਇਕ ਸੀ ਜਾਂ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਦੇ ਨਾਲ ਲਾਭਦਾਇਕ ਹੋ ਸਕਦੀਆਂ ਜੇ ਉਹ ਚੰਗੇ ਤਰੀਕੇ ਨਾਲ ਫੰਕਸ਼ਨਲ ਹੁੰਦੀਆਂ ਨੇ? ਦੇਖੋ ਜੀ, ਜਿਹੜੀ MSME ਖੇਤਰ ਹੈ ਜਿਹੜਾ ਉਹ ਆਪਣੀ GDP ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਜੀ। ਜਿੱਥੇ ਆਪਾਂ ਇੰਪਲੋਇਮੈਂਟ ਜਿੰਨੀ ਜਨਰੇਸ਼ਨ ਜਿਹੜੀ ਹੈ MSME ਕਰਦੀ ਹੈ, ਤੇ ਨਾਲ ਜਿੰਨੇ ਇਨੋਵੇਟਿਵ ਪ੍ਰੋਡਕਟਸ ਜਿਹੜੇ MSME ਤੋਂ ਨਿਕਲ ਕੇ ਆਉਂਦੇ ਨੇ। ਇੱਕ ਜਿਹੜਾ MSME ਖੇਤਰ ਦਾ ਜਿਹੜਾ ਇੰਡਸਟਰੀਲਿਸਟ ਹੈ ਉਹ ਸਵੇਰੇ PN ਵੀ ਹੈ, ਦੁਪਹਿਰੇ GM ਵੀ ਹੈ ਤੇ ਸ਼ਾਮੀ ਫਿਰ ਆਪਣਾ PN ਵੀ ਹੈ। ਉਹ ਬਹੁਤ ਮਿਹਨਤ ਕਰਦਾ ਤੇ ਜਿਹੜਾ ਆਪਣੀ ਰਿਫਲੈਕਸ਼ਨ ਹੈ ਆਪਣੀ GDP ਦੇ ਵਿੱਚ ਸਭ ਤੋਂ ਵੱਡੀ ਹਿੱਸੇਦਾਰੀ ਪਾ ਕੇ ਤੇ ਬੜੀ ਇਮਾਨਦਾਰੀ ਨਾਲ ਆਪਣੇ ਬਣਦੇ ਟੈਕਸ ਪੇ ਕਰਕੇ ਉਹ ਦੇਸ਼ ਨੂੰ ਤਰੱਕੀ ਦੇ ਰਾਹ ਵਿੱਚ ਲੈ ਕੇ ਜਾਂਦਾ। ਜੇ ਤੁਸੀਂ ਆਪਣੇ ਕੱਲ ਬਜਟ ਜਿਹੜਾ ਆਇਆ ਹੈਗਾ, ਤੁਸੀਂ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਦੀ ਵੀ ਜੇ ਤੁਸੀਂ ਗੱਲ ਸੁਣੋ ਤਾਂ ਉਹਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜਿਹੜੀ MSME ਦਾ ਕੀ ਯੋਗਦਾਨ ਹੈ। MSME ਇਗਨੋਰ ਕਰਨ ਵਾਲੀ ਚੀਜ਼ ਨਹੀਂ ਹੈਗੀ। MSME ਨੂੰ ਹੈਂਡ ਹੋਲਡਿੰਗ ਦੀ ਲੋੜ ਹੈ। ਉੱਥੇ ਹੱਥ ਫੜਨਾ ਚਾਹੀਦਾ ਸਟੇਟ ਦੀਆਂ ਸਰਕਾਰਾਂ ਨੂੰ ਵੀ, ਸੈਂਟਰ ਦੀਆਂ ਸਰਕਾਰਾਂ ਨੂੰ ਵੀ, ਕਿ ਜਿੱਥੇ ਇਹਨਾਂ ਨੂੰ ਪ੍ਰੋਤਸਾਹਿਤ ਕਰਕੇ ਇੰਡਸਟਰੀ ਦੇ ਵਿੱਚ ਵਾਧਾ ਲਿਆਉਣ ਦੀ ਬਹੁਤ ਜ਼ਿਆਦਾ ਲੋੜ ਹੈ। ਤਾਂ ਜੀ ਤੁਸੀਂ ਕੁਝ ਕਹਿਣਾ? ਮੈਂ ਥੋੜ੍ਹਾ ਜਿਹਾ ਇਹਦੇ 'ਚ ਐਡ ਕਰਨਾ ਚਾਹੁੰਦਾ। ਕੋਈ ਵੀ ਸਟੇਟ ਹੈ ਉਹਦੇ ਵਿੱਚ ਜਦੋਂ ਇੱਕ ਵੱਡੀ ਇੰਡਸਟਰੀ ਲੱਗਦੀ ਹੈ ਤੇ ਉਹਦੇ ਨਾਲ ਛੋਟੇ ਇੰਡਸਟਰੀਆਂ ਨਾਲ ਲੱਗ ਜਾਂਦੀਆਂ।
ਉਹਦਾ ਕੀ ਹੁੰਦਾ ਕਿ ਇਨਸਿਲਰੀ ਯੂਨਿਟਸ ਲੱਗ ਗਏ ਆ, ਉਹਦੇ ਨਾਲ ਕੀ ਹੈ ਕਿ ਸਰਕਾਰ ਆਪਣੀ ਇੰਡਸਟਰੀ ਔਰ ਉਸ ਸ਼ਹਿਰ ਨੂੰ ਵੀ ਫਾਇਦਾ ਹੁੰਦਾ ਹੈ। ਔਰ ਉਹ ਜਿਹੜੀ ਛੋਟੀ ਇੰਡਸਟਰੀ ਹੈ, ਇੱਕ ਇੰਡਸਟਰੀ ਦੇ ਵਿੱਚ ਜੇ ਆਪਾਂ ਘੱਟੋ ਘੱਟ ਲਾ ਲਈਏ 20 ਤੋਂ 50 ਵਰਕਰਸ ਵੀ ਆ, ਉਹਦੇ ਨਾਲ ਪਰਿਵਾਰ ਵੀ ਉਹਦੇ ਨਾਲ ਉਹਨੇ ਜੁੜ ਜਾਂਦੇ ਆ। ਸੋ ਇਹ ਹੈ ਕਿ ਆਪਾਂ ਜੇ ਛੋਟੀਆਂ ਇੰਡਸਟਰੀਆਂ ਨੂੰ ਆਪਾਂ ਇੱਦਾਂ ਇਗਨੋਰ ਕਰਾਂਗੇ ਤੇ ਸਰਕਾਰਾਂ ਲਈ ਇੱਕ ਤਾਂ ਰੈਵਨਿਊ ਨਹੀਂ ਇਕੱਠਾ ਹੋਏਗਾ, ਪਲੱਸ ਹਰ ਕੋਲੇ ਇੰਨਾ ਸਰਮਾਇਆ ਨਹੀਂ ਹੁੰਦਾ ਕਿ ਆਪਾਂ ਵੱਡੀਆਂ ਇੰਡਸਟਰੀਆਂ ਲਾ ਸਕੀਏ। ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਜੋ ਇਹਨਾਂ ਕਿ ਜੇ ਕੂਲਰ ਦੀ ਫੈਕਟਰੀ ਲੱਗਦੀ ਹੈ, ਕੂਲਰ ਦੀ ਬਾਡੀ ਇੱਕ ਜਗ੍ਹਾ ਬਣ ਰਹੀ ਹੈ, ਕਿਸੇ ਜਗ੍ਹਾ ਨਟ ਬੋਲਟ ਬਣ ਰਹੇ ਨੇ, ਕਿਸੇ ਜਗ੍ਹਾ ਉਹਦੇ ਸਵਿਚ ਬਣ ਰਹੇ ਨੇ, ਤਾਂ ਜੇ ਇੱਕ ਇਨਸਾਨ ਸਾਰੀ ਇੰਡਸਟਰੀ ਇਕੱਠੀ ਨਹੀਂ ਲਗਾ ਸਕਦਾ ਤਾਂ ਕੋਈ ਛੋਟੀ ਨਟ ਬਣਾਉਣ ਵਾਲੀ ਲਗਾ ਸਕਦਾ। ਯੈਸ, ਕੁਛ ਵੀ ਕਰ ਸਕਦਾ, ਕਿਉਂਕਿ ਕੋਈ ਵੀ ਵੱਡੀ ਮਤਲਬ ਕੰਪਨੀ ਹੈ ਜੀ, ਉਹ ਸਾਰਾ ਪ੍ਰੋਡਕਟ ਆਪ ਨਹੀਂ ਬਣਾਉਂਦੀ, ਕੋਈ ਨਾ ਕੋਈ ਕਿਤੋਂ ਇਹ ਛੋਟੇ ਪਾਰਟਸ ਕਿਤੋਂ ਲੈ ਕੇ ਅਸੈਂਬਲ ਆਪ ਕਰ ਲੈਂਦੇ, ਆਪਣਾ ਬ੍ਰਾਂਡ ਆਪਣਾ ਬਣਾ ਲੈਂਦੇ ਆ। ਪਰ ਇਹਦੇ ਨਾਲ ਕੀ ਹੈ ਜੀ, ਛੋਟੀਆਂ ਇੰਡਸਟਰੀਆਂ ਨੂੰ ਜੇ ਅਗਰ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਜਾਂ ਉਹਨਾਂ ਤੇ ਆਪਾਂ ਇੱਕ ਸਭ ਤੋਂ ਪਹਿਲਾਂ ਕਿ ਜਦੋਂ ਆਪਾਂ ਇੰਡਸਟਰੀ ਲਾਉਣੀ ਹੈ ਉਹਨੂੰ ਲੈਂਡ ਦੀ ਲੋੜ ਹੈ। ਜੇਕਰ ਆਪਾਂ ਲੈਂਡ ਹੀ ਅੱਜ ਦੀ ਡੇਟ 'ਚ ਉਹਦੇ ਲਈ ਕਾਸਟਲੀ ਕਰ ਦਿਆਂਗੇ, ਇੰਡਸਟਰੀ ਕਿੱਦਾਂ ਲਾਏਗਾ। ਸੋ ਛੋਟੀਆਂ ਇੰਡਸਟਰੀਆਂ ਵਾਸਤੇ ਬਹੁਤ ਜ਼ਰੂਰੀ ਹੈ ਜੀ ਕਿ ਆਪਾਂ ਨੂੰ ਉਹਨੂੰ ਮਾਹੌਲ ਵਧੀਆ ਬਣਾਇਆ ਜਾਵੇ, ਉਹਦੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਏ, ਬਜਾਏ ਕਿ ਆਪਾਂ ਉਹਦੇ ਜਿਹੜਾ ਪ੍ਰੋਫਿਟ ਆ ਉਹਦੇ ਤੋਂ ਆਪਾਂ ਉਹਦੇ ਜਿਹੜੀ ਲੈਂਡ ਦੇ ਵਿੱਚੋਂ ਆਪਾਂ ਉਹਦਾ 50% ਲੈ ਲਈਏ। ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਜੀ, ਇਹਨੂੰ ਕਿਸੇ ਤਰੀਕੇ ਵੀ ਜਲਦੀ ਤੋਂ ਜਲਦੀ ਸੌਰਟ ਆਊਟ ਕੀਤਾ ਜਾਏ। ਜਿਹੜੇ ਮੈਂਬਰ ਫੈਕਟਰਸ ਹੈਗੇ ਆ ਉਹਨਾਂ ਨਾਲ ਜਲਦੀ ਮੀਟਿੰਗ ਕਰਕੇ ਜੋ ਵੀ ਸੈਟਿੰਗ ਹੋ ਸਕਦੀ ਹੈ ਕਿਸੇ ਵੀ ਤਰੀਕੇ ਇਸ ਚੀਜ਼ ਨੂੰ ਖਤਮ ਕੀਤਾ ਜਾਏ। ਔਰ ਜਾਂਦੇ ਜਾਂਦੇ ਸਰ ਇਹ ਜ਼ਰੂਰ ਦੱਸਿਓ ਕਿੰਨੇ ਸਾਲ ਪਹਿਲਾਂ ਤੁਸੀਂ ਇਹ ਜ਼ਮੀਨ ਲਈ ਔਰ ਕੀ ਇਹ ਜ਼ਮੀਨ ਲੀਜ਼ ਤੇ ਸੀ ਜਾਂ ਰਜਿਸਟਰੀਆਂ ਨੇ ਜਿਹੜੀਆਂ ਤੁਹਾਡੇ ਨਾਮ ਸੀ? 78 79 ਦੀ ਅਲਾਟਮੈਂਟ ਹੈ ਜੀ ਇਹ। ਜਿਸ ਵੇਲੇ ਮੋਹਾਲੀ ਕੁਛ ਨਹੀਂ ਸੀ ਹੈਗਾ, ਬਿਗਨਿੰਗ ਹੀ ਸੀਗੀ ਮੋਹਾਲੀ ਉਸ ਵੇਲੇ। ਅਤੇ ਉਸ ਤੋਂ ਬਾਅਦ ਅਸੀਂ ਮਤਲਬ ਕਿ ਜਦੋਂ ਜਦ ਕਰਕੇ ਕੋਈ ਲੋਨ ਨਹੀਂ ਮਿਲਿਆ ਜਾਂ ਨਾ ਕੋਈ ਸਾਡਾ ਕੋਈ ਪਿਛਲੇ ਜੱਦੀ ਪੁਰਸ਼ੀ ਬਿਜ਼ਨਸ ਨਹੀਂ ਸੀ ਹੈਗਾ। ਅਸੀਂ ਫਾਰਮਰ ਫੈਮਿਲੀ ਤੋਂ ਬਿਲੋਂਗ ਕਰਨੇ ਹੈਗੇ ਗੁਰਦਾਸਪੁਰ ਤੋਂ, ਅਤੇ ਆਪਣੇ ਪੈਸੇ ਲਾ ਕੇ ਅਸੀਂ ਬਿਲਡਿੰਗ ਬਣਾਈ, ਬਿਜਲੀ ਲਈ, ਕੰਮ ਸ਼ੁਰੂ ਕੀਤਾ, ਮਸ਼ੀਨਾਂ ਲਾਈਆਂ, ਮਾਲ ਸਪਲਾਈ ਕਰਨਾ ਸ਼ੁਰੂ ਕੀਤਾ। ਇਹਨਾਂ ਦੇ ਆਪਣੇ ਯੂਨਿਟ ਜਿਹਨਾਂ ਨੂੰ ਸਪਲਾਈ ਕਰਦੇ ਉਹ ਸਾਰੇ ਬੰਦ ਹੋ ਗਏ, ਲੈਣ ਵਾਲਾ ਕੋਈ ਨਹੀਂ ਸੀ ਹੈਗਾ। ਅਸੀਂ ਕਿਹਨੂੰ ਮਾਲ ਵੇਚੀਏ? ਔਰ ਐਡੀ ਵੱਡੀ ਇੰਡਸਟਰੀ ਨਹੀਂ ਹੈਗੀ ਕਿ ਵੀ ਅਸੀਂ ਮਤਲਬ ਇੰਡੀਆ ਲੈਵਲ 'ਤੇ ਤੁਸੀਂ ਆਪਣੀ ਮਾਰਕੀਟ ਜਿਹੜੀ ਉਹ ਸਰਚ ਕਰ ਸਕੋ, ਦੂਜੀ ਜਗ੍ਹਾ ਵੇਚੋ ਜਾ ਕੇ, ਪੋਸੀਬਲ ਨਹੀਂ ਹੈਗਾ। ਅਸੀਂ ਪਰ ਕੰਮ ਹੋਰ ਸ਼ੁਰੂ ਕੀਤਾ ਅਤੇ ਇਹ ਹੋਰ ਕੰਮ ਦੂਜੇ ਕੰਮ ਨੂੰ ਇਹ ਕਰਨ ਹੀ ਨਹੀਂ ਦਿੰਦੇ ਹੈਗੇ ਕਿ ਇਹ ਪਲਾਂਟ ਤੁਹਾਨੂੰ ਇਸ ਕੰਮ ਲਈ ਲਾਟ ਹੋਇਆ ਸੀਗਾ, ਸਵਿਚ ਬਣਾਉਣ ਲਈ ਤੁਸੀਂ ਸਵਿਚ ਹੀ ਬਣਾਓਗੇ, ਰਾਈਟ, ਦੂਜਾ ਨਹੀਂ ਕਰ ਸਕਦੇ। ਬਸ ਮਜਬੂਰੀ 'ਚ ਮੈਂ ਤਾਂ ਸ਼ੁਰੂ ਕਰ ਲਿਆ ਕੈਲੀਬ੍ਰੇਸ਼ਨ ਦਾ। ਉਹਦਾ ਰਿਜ਼ਲਟ ਇਹ ਹੋਇਆ ਕਿ ਉਹਨਾਂ ਨੇ ਉਠਾ ਕੇ ਪਲਾਟ ਕੈਂਸਲ ਕਰਤਾ। ਫਿਰ ਉਹਨੂੰ ਆਰਬਿਟ੍ਰੇਸ਼ਨ 'ਚ ਪਾਇਆ, ਉਹ ਖੈਰ ਰਿਸਟੋਰ ਹੋ ਗਿਆ ਇਮੀਡੀਏਟਲੀ, ਬਿਕੋਜ਼ ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬ ਸੀ ਉਹ ਕਹਿੰਦੇ ਨੇ ਵੀ ਇਹ ਤਾਂ ਇਹਨਾਂ ਦੀ ਗਲਤੀ ਨਹੀਂ ਹੈ, ਜੇ ਕੌਲੀਆਂ ਨਹੀਂ ਬਣਦੀਆਂ ਚਮਚੇ ਬਣਾ ਰਹੇ ਨੇ ਅਤੇ ਹੁਣ ਜੋ ਵੀ ਤਾਂ ਇੰਜੀਨੀਅਰਿੰਗ ਪ੍ਰੋਫੈਸ਼ਨ ਨਹੀਂ ਹੈ, ਬਣਾਓ ਜੇ ਕਰ ਰਹੇ ਉਹ ਰਿਸਟੋਰ ਹੋਇਆ। ਮਤਲਬ ਇੰਨੀ ਹੁਣ ਮੇਰੀ 91 ਈਅਰ ਤੋਂ ਵੀ ਮਤਲਬ ਕਿ ਪਲੱਸ ਜਾ ਰਹੇ ਹੈਗੇ ਆ, ਬੱਚੇ ਬਾਹਰ ਹੈਗੇ ਆ। ਹੁਣ ਮੈਂ ਇਹਨੂੰ ਵਾਈਂਡ ਅਪ ਕੀਤਾ, ਵੇਚਣਾ ਚਾਹੁੰਦਾ ਹੈਗਾ, ਅਤੇ ਹੁਣ ਮੈਂ ਫਸਿਆ ਪਿਆ ਹੈਗਾ। ਮੈਂ ਕਿੱਥੋਂ 1.25 ਕਰੋੜ ਰੁਪਏ ਨੂੰ ਦੇ ਦੇ, ਬਾਕੀ ਮੇਰਾ ਜ਼ਿੰਦਗੀ ਦਾ ਜਿਹੜਾ ਹੈਗੀ ਹੈ ਸਾਰਾ ਉਹ ਮੈਨੂੰ ਕੌਣ ਦੇਗਾ? ਲੀਜ਼ ਦਾ ਕੰਟਰੈਕਟ ਕਿੰਨੇ ਚਿਰ ਦਾ ਸੀ? ਉਹ ਤਾਂ ਜੀ ਪਰ ਬਹੁਤ 99 ਈਅਰ ਲੀਜ਼ ਹੁੰਦੀ ਹੈ, ਜੋ ਗਵਰਨਮੈਂਟ ਸਟੈਂਡਰਡ ਹੁੰਦਾ ਹੈਗਾ। ਪੂਰੇ 100 ਸਾਲ? ਹਾਂਜੀ। ਅਤੇ ਹੁਣ ਅਸੀਂ ਮਤਲਬ ਕਿ ਜਿਹੜਾ ਇੱਥੇ ਜਿਹੜੀ ਹੁਣ ਗੌਰਮੈਂਟ ਦੇਖੋ ਇਹਨਾਂ ਦੀ ਕੀ ਮਤਲਬ ਕਿ ਸੋਚ ਕੀ ਹੈਗੀ ਕਿ ਵੀ ਤੁਸੀਂ ਜਿਹੜਾ ਜਿੱਦਾਂ ਆਪਣਾ ਦਿਲਪ੍ਰੀਤ ਜੀ ਨੇ ਕਿਹਾ ਹੈਗਾ ਕਿ ਇਟ ਇਜ਼ ਨਾਟ ਓਨਲੀ ਦਾ ਪੀਸ ਆਫ ਲੈਂਡ ਵਿਚ ਵਾਜ਼ ਗਿਵਨ ਐਟ ਦੈਟ ਟਾਈਮ ਫਾਰ ਮੇ ਬੀ 50,000 ਰੁਪਏ ਔਰ 40,000 ਰੁਪਏ, ਇਟ ਇਜ਼ ਬਟ ਦੀ ਹਾਰਡ ਮਿਹਨਤ ਆਫ ਦੀ ਐਂਟਰਪ੍ਰੇਨਿਓਰਸ ਹੈ, how he has put in, how the Mohali has flourished, how it has come up and the land value has gone up. Otherwise land value who will buy land at 24,000 ਰੁਪਏ ਪਰ ਸਕੁਅਰ ਯਾਰਡ? ਅੱਜ ਦੇ ਰੇਟ 24,000 ਰੁਪਏ ਕਾ ਹੈ। ਦੂਜੀ ਗੱਲ ਹੈ ਕਿ ਇਸ ਪਾਸੇ ਨਾਲ ਇਹਦੇ ਪੰਜਾਬ ਇਨਫੋਟੈਕ ਹੈ, ਵਿੱਚ ਘਰ ਸੜਕ ਹੈ, ਇਸ ਪਾਸੇ ਵੱਲ ਪੰਜਾਬ PSIC ਹੈ। PSIC ਔਰ ਲੈਂਡ ਦੇ ਰੇਟ ਜਿਹੜੇ ਇਟ ਇਜ਼ ਆਲਮੋਸਟ ਹਾਫ ਆਫ ਦੈਟ ਹੈ। So what is why these rates are so high? Just they have made this as a state to sell, collect money है। यानी कि द्वार भी बेचनी है, फिर भी बड़ा फर्क है, बहुत फर्क है। तो ये इन्होंने एक सार पॉलिसी होनी चाहिए है। और जी पिछले ये नहीं है कि अज तो हैगी है, मेरे को मैं तुहानूं दसां ये 2015 तो लैके ये 2015 ਦੇ ਵਿੱਚ ਇਹ ਪੰਜਾਬ ਦੇ ਵਿੱਚ लागू है जी। ਇਹ ਪੰਜਾਬ ਦੇ ਵਿੱਚ ਸਿਰਫ ਮੁਹਾਲੀ ਫੇਜ਼ 8 'ਚ ਹੈਗੀ, ਹੋਰ ਕਿਤੇ ਪ੍ਰੋਬਲਮ ਨਹੀਂ ਹੈਗੀ। ਔਰ ਇਹ ਸ਼ੁਰੂ 'ਚ ਮਤਲਬ ਕਿ ਜਿਹੜੇ ਵੀ ਅਫਸਰ ਸਾਹਿਬਾਨ ਉਸ ਵੇਲੇ ਸੀਗੇ ਉਹ ਕਿਸੇ ਦਿਮਾਗ 'ਚ ਆਏਗੀ ਲੀਜ਼ ਪਾ ਦਿਓ, ਲੀਜ਼ ਪਾਤੀ, ਮਤਲਬ ਕੋਈ ਇਟਸ ਨਾਟ ਅ ਵੈਲ ਥਾਟਫੁਲ ਵਟ ਯੂ ਕਾਲ ਇਟ ਇਹ ਸਟ੍ਰੈਟਜੀ ਹੈ। ਅਤੇ ਉਸ ਤੋਂ ਬਾਅਦ ਹੁਣ ਉਸ ਵੇਲੇ ਅੱਛਾ ਉਸ ਵੇਲੇ ਜਿਹੜੀ ਲੀਜ਼ ਡੀਡ ਹੈ ਲੈਣ ਲੱਗੇ ਆ 99% ਕੋਈ ਪੜ੍ਹਦਾ ਕੋਈ ਨਹੀਂ ਹੈਗਾ, ਇੰਨਾ ਕੁਝ ਲਿਖਿਆ ਹੁੰਦਾ ਹੈ ਕਿ ਨੋਬਡੀ ਰੀਡ ਵਟ ਇਜ਼ ਡਿਟੇਲ ਇਨ ਦਾ ਲੀਜ਼ ਡੀਡ ਹੈ। ਸੋ ਇਹ ਉਦੋਂ ਪਤਾ ਲੱਗਦਾ ਕਿ ਜਦੋਂ ਤੁਸੀਂ ਵੇਚਣ ਲੱਗੋ ਹੈ। ਅਤੇ ਹੁਣ ਆਲਮੋਸਟ ਮੈਨੂੰ 78 ਐਂਡ ਹੁਣ ਦੇਖੋ 43 ਸਾਲ ਹੋ ਗਏ ਨੇ ਹੁਣ ਮਤਲਬ ਕਿ ਇਟ ਇਜ਼ ਵੈਰੀ ਅਨਫੇਅਰ ਕਿ ਵੀ ਤੁਸੀਂ ਅੱਜ ਦੇ ਲੈਂਡ ਦੇ ਰੇਟ ਉਹ ਵੀ ਇਸ ਹਿਸਾਬ ਨਾਲ ਵਧਾਏ ਨੇ ਕਿ ਵੀ
ਕਿਤੇ ਵੀ ਨਹੀਂ ਐਗਜ਼ਿਸਟ ਕਰਦੇ ਹੈਗੇ। ਤਾਂ ਜੀ ਇਹ ਮੋਹਾਲੀ ਦੇ ਜਿਹੜੇ ਇੰਡਸਟਰੀਲਿਸਟ ਨੇ ਉਹਨਾਂ ਦੀ ਇਹ ਗੱਲ ਹੈ, ਜਿਹੜੀ ਜ਼ਮੀਨ 90 ਤੋਂ ਵੱਧ 100 ਸਾਲਾਂ ਦੇ ਕਰੀਬ 99 ਇਅਰਸ ਦੇ ਲਈ ਉਹਨਾਂ ਕੋਲੇ ਲੀਜ਼ ਤੇ ਸੀ, ਨਾ ਹੁਣ ਉਹ ਉਸ ਜ਼ਮੀਨ ਨੂੰ ਟਰਾਂਸਫਰ ਕਰ ਸਕਦੇ ਨੇ, ਔਰ ਟਰਾਂਸਫਰ ਜਾਂ ਵੇਚਦੇ ਨੇ ਤਾਂ ਜਿਹੜਾ 50% ਹੈ ਉਸ ਦੀ ਬਚਤ ਦਾ, ਜੇ ਆਸਾਨ ਭਾਸ਼ਾ ਦੇ ਵਿੱਚ ਤੁਸੀਂ ਸਮਝਣਾ ਚਾਹੋ, ਅਗਰ 2000 ਦੀ ਚੀਜ਼ ਲਈ ਹੈ ਕਿਸੇ ਨੇ, ਉਹ ਅੱਜ 1 ਲੱਖ ਰੁਪਏ ਦੀ ਹੈ, ਤਾਂ ਜਿਹੜੇ 98,000 ਦਾ ਜਿਹੜਾ ਅੱਧ ਹੈ ਉਹ ਸਰਕਾਰ ਨੂੰ ਜਾਏਗਾ। ਤਾਂ ਇਹਨਾਂ ਨੂੰ ਲੱਗ ਰਿਹਾ ਕਿ ਇਹ ਅਨਫੇਅਰ ਹੈ, ਇਹ ਕਿਸੇ ਵੀ ਹਾਲਤ ਦੇ ਵਿੱਚ ਸਹੀ ਨਹੀਂ ਹੈਗਾ। ਤਾਂ ਇਹ ਜਿਹੜੇ ਵਪਾਰੀ ਆਪਣੀ ਗੱਲ ਆ ਜਿਹੜੀ ਪੰਜਾਬ ਸਰਕਾਰ ਦੇ ਤੱਕ ਰੱਖ ਰਹੇ ਨੇ, ਔਰ ਤੁਹਾਡੇ ਤੱਕ ਅਸੀਂ ਇਹਨਾਂ ਦੀ ਗੱਲਬਾਤ ਲੈ ਕੇ ਆਏ ਹਾਂ। ਬਣੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ, ਮੈਂ ਮਨਪ੍ਰੀਤ ਸਿੰਘ।